ਧੰਨ ਵਾਹਿਗੁਰੂ। ਸਾਹਿਬ ਜੀ ਧੰਨ ਵਾਹਿਗੁਰੂ। ਸਾਹਿਬ ਜੀਓ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ। ਮੈਂ ਨਿਰਗੁਣ ਆਰੇ ਕਉ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ, ਗੁਰ ਬਿਨਾ ਘੋਰ ਅੰਧਾਰ। ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਵਾਲੀਏ ਕੁਲ ਆਲਮ ਆਲਮੇ ਰੋਸ਼ਨ, ਗਿਆਨ ਏ ਮੁਜਸਮੇ। ਨਿਮਾਣਿਆਂ ਦਾ ਮਾਨ ਮਿਤਾਣਿਆਂ ਦਾ ਤਾਨ, ਨਿਉਟਿਆਂ ਦੀ ਓਟ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਵਤਾਰ ਪਿਤਾ, ਜਿਨ੍ਹਾਂ ਦੀ ਨਦਰੇ ਕਾਇਨਾਤ ਦੇ ਅੰਦਰ ਆਪ ਜੀ ਸਮੂਲੀਅਤ ਕਰਦੇ ਹੋਏ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੇ ਸ਼ਹੀਦੇ ਦਿਹਾੜੇ ਦੇ ਸੰਦਰਭ ਵਿੱਚ ਇਸ ਗੁਰਮਤਿ ਸਮਾਗਮ ਅੰਦਰ ਜੁੜ ਬੈਠੇ ਹੋ। ਆਪ ਨੇ ਹੁਣੇ ਹੀ ਗੁਰੂ ਕੇ ਕੀਰਤਨੀਆਂ ਪਾਸੋਂ ਸਾਹਿਬਾਂ ਦੀ ਪਾਵਨ ਬਾਣੀ ਦਾ ਕੀਰਤਨ ਬੜੇ ਪਿਆਰ ਸਹਿ ਸਰਵਣ ਕੀਤਾ ਹੈ। ਬੇਨਤੀ ਕਰਾਂ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਕੁਝ ਕੁ ਸਮਿਆਂ ਅੰਦਰ ਬਿਆਨ ਕਰਨਾ ਕਿਤੇ ਨਾ ਕਿਤੇ ਮੁਸ਼ਕਲ ਜਿਹੀ ਵਿਚਾਰ ਗੱਲ ਜਾਪਦੀ ਹੈ। ਮੈਂ ਅੱਜ ਦੇ ਦਿਨ ਸਿਰਫ ਆਪ ਜੀ ਦੇ ਨਾਲ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕੀ ਕਾਰਨ ਬਣੇ, ਕਿੰਨਾ ਕਾਰਨਾਂ ਵਸ ਆ ਕੇ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਜਦੋਂ ਭੱਟ ਸਾਹਿਬਾਨ ਦੀ ਬਾਣੀ ਪੜ੍ਹੀਏ ਤੇ ਆਖਦੇ ਨੇ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ। ਕਹਿੰਦੇ ਜਦੋਂ ਸਮੁੱਚੀ ਕਾਇਨਾਤ ਦੇ ਬਾਰੇ, ਸਮੁੱਚੇ ਬ੍ਰਹਮੰਡ ਦੇ ਬਾਰੇ ਗੱਲ ਕਰੀਏ ਤੇ ਕਹਿੰਦੇ ਇਉਂ ਜਾਪਦਾ ਹੈ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਆਪ ਅਕਾਲ ਪੁਰਖ ਪਰਮਾਤਮਾ ਜੀ ਦਾ ਰੂਪ ਹੋਣ। ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜ ਸੁਖਾਣਿਓ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਘਰ ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਆਮਦ ਹੋਈ, ਜਨਮ ਹੋਇਆ ਤੇ ਇਉਂ ਪ੍ਰਤੀਤ ਹੁੰਦਾ ਹੈ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਆਪ ਦੇਖ ਰੇਖ ਹੇਠ ਪਰਵਰਿਸ਼ ਹੋਣ ਦੇ ਕਾਰਨ ਇਉਂ ਪ੍ਰਤੀਤ ਹੁੰਦਾ ਹੈ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੇ
ਜਨਮ ਲੈਣ ਤੋਂ ਬਾਅਦ ਹੀ ਬ੍ਰਹਮ ਨੂੰ ਪਰਮਾਤਮਾ ਨੂੰ ਪਛਾਣ ਲਿਆ ਹੋਵੇ। ਕਿਉਂਕਿ ਜਦੋਂ ਪਰਵਰਿਸ਼ ਕਰਨ ਵਾਲੇ ਭਾਈ ਗੁਰਦਾਸ ਜੀ ਵਰਗੇ ਸਤਪੁਰਸ਼ ਹੋਣ, ਬਾਬਾ ਬੁੱਢਾ ਜੀ ਵਰਗੇ ਸਤਪੁਰਸ਼ ਹੋਣ, ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਹਜ਼ੂਰ ਆਪ ਦੇਖ ਰੇਖ ਹੁੰਦੀ ਹੋਵੇ ਤੇ ਵਾਕਈ ਇਹ ਪ੍ਰਤੀਤ ਹੁੰਦਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨ ਕੀ ਹੋਏ? ਸੰਸਾਰ ਅੰਦਰ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਆਮਦ ਦੀ ਗੱਲ ਕਰੀਏ, 10 ਵਰਿਆਂ ਦੀ ਉਮਰ ਅੰਦਰ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਸਮਾਜ ਦੀ ਇੱਕ ਅਜਿਹੀ ਮਨੋਤ ਦਾ ਖੰਡਨ ਕਰਦੇ ਹੋਏ ਸਮਾਜ ਦੇ ਧਾਰਮਿਕ ਆਗੂ ਨੂੰ ਆਖਦੇ ਨੇ, ਮੈਨੂੰ ਅਜਿਹੇ ਧਾਰਮਿਕ ਚਿੰਨ੍ਹ ਦੀ ਲੋੜ ਹੈ ਜਿਹਦੇ ਅੰਦਰ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤਰ ਹੋਵੇ, ਜਤ ਦੀਆਂ ਗੰਢਾਂ ਹੋਣ, ਸਤ ਦਾ ਵੱਟ ਹੋਵੇ ਪਾਂਦੇ ਜੀ। ਇਹੋ ਜਿਹਾ ਜੇ ਤੁਹਾਡੇ ਕੋਲ ਜਨੇਊ ਹੈ, ਇਹੋ ਜਿਹਾ ਤੁਹਾਡੇ ਕੋਲ ਜੇ ਧਾਰਮਿਕ ਚਿੰਨ੍ਹ ਹੈ ਤਾਂ ਮੈਨੂੰ ਪਾ ਦਿਓ। ਅਜਿਹਾ ਧਾਰਮਿਕ ਚਿੰਨ੍ਹ ਨਹੀਂ ਚਾਹੀਦਾ ਜਿਹੜੀ ਮੇਰੀ ਮਾਂ ਵੀ ਨਹੀਂ ਪਾ ਸਕਦੀ, ਮੇਰੀ ਭੈਣ ਵੀ ਨਹੀਂ ਪਾ ਸਕਦੀ। ਇਹ ਕਿਹੋ ਜਿਹਾ ਧਾਰਮਿਕ ਚਿੰਨ੍ਹ ਹੋਇਆ ਜਿਹੜਾ ਪਰਿਵਾਰ ਦੇ ਜੀਆਂ ਅੰਦਰ ਇੱਕ ਵਖਰੇਵਾਂ ਪੈਦਾ ਕਰ ਦੇ। ਇਹ ਕ੍ਰਾਂਤੀਕਾਰੀ ਵਿਚਾਰ ਧੰਨ ਗੁਰੂ ਨਾਨਕ ਮਹਾਰਾਜ ਦੀ ਜਦੋਂ ਸ਼ੁਰੂ ਹੋਈ, ਉਦੋਂ ਤੋਂ ਹੀ ਸਮਾਜ ਦੇ ਉਹਨਾਂ ਲੋਕਾਂ ਦੀ ਗੱਲ ਕਰਾਂ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤਿੰਨੇ ਉਜਾੜੇ ਕਾ ਬੰਦ। ਕਹਿੰਦੇ ਜੋਗੀ ਕਾਜੀ ਬ੍ਰਾਹਮਣ ਇਸ ਸਮਾਜ ਨੂੰ ਉਜਾੜਨ ਵਾਲੇ ਕਾਰਨ ਤੁਹਾਨੂੰ ਸਮਝਦੇ। ਅਜਿਹੇ ਲੋਕਾਂ ਨੂੰ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੀ ਅਜਿਹੀ ਵਖਰੇਵੀਂ ਵਿਚਾਰ, ਸਮਾਜ ਦੀ ਮਨੋਤ ਨਾਲੋਂ ਵੱਖਰੀ ਚੱਲਣ ਵਾਲੀ ਵਿਚਾਰ ਨਾ ਪ੍ਰਵਾਨ ਹੋਈ। ਇਹ ਵਿਰੋਧ ਉਦੋਂ ਤੋਂ ਹੀ ਸ਼ੁਰੂ ਹੋਇਆ। ਸਾਡੇ ਮਨ 'ਚ ਕਿਤੇ ਨਾ ਕਿਤੇ ਵਿਚਾਰ ਆਉਂਦੀ ਕਿ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਨਾਲ ਕੋਈ ਵੱਖਰਾ ਵਖਰੇਵਾ ਰਿਹਾ ਸਮੇਂ ਦੇ ਹਾਕਮਾਂ ਦਾ, ਜਿਸ ਕਰਕੇ ਉਹਨਾਂ ਲੋਕਾਂ ਨੂੰ ਗੁਰੂ ਅਰਜਨ ਪਾਤਸ਼ਾਹ ਦੀ ਵਿਚਾਰ ਨਾ ਪ੍ਰਵਾਨ ਹੋਈ। ਨਹੀਂ, ਭਲਿਓ ਧੰਨ ਗੁਰੂ ਨਾਨਕ ਮਹਾਰਾਜ ਦੇ 10 ਵਰਿਆਂ ਤੋਂ ਹੀ ਇਹ ਵਿਰੋਧ ਵਾਲੀ ਵਿਚਾਰ ਪੈਦਾ ਹੋ ਚੁੱਕੀ ਸੀ। ਜਦੋਂ ਸਖੀ ਸਰਵਰਿਆਂ ਦੀ ਗੱਲ ਕਰਦੇ ਆ ਨਾ, ਜਿਨ੍ਹਾਂ ਸਖੀ ਸਰਵਰਿਆਂ ਅੰਦਰ ਭਾਈ ਮਾਂਝ ਜੀ ਦਾ ਨਾਮ ਆਪ ਸਾਰਿਆਂ ਨੂੰ ਯਾਦ ਹੈ। ਭਾਈ ਮਾਂਝ ਸਖੀ ਸਰਵਰਿਆਂ ਦਾ ਇੱਕ ਅਜਿਹਾ ਮੁਖੀ ਪ੍ਰਚਾਰਕ ਹੋਇਆ। ਜਦੋਂ ਭਾਈ ਮਾਂਝ ਵਰਗਾ ਤਰਨ ਤਾਰਨ ਵਿਖੇ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦੀਦਾਰਿਆਂ ਦਾ ਮੁਰੀਦ ਹੋ ਨਿਬੜਿਆ ਤੇ ਸਖੀ ਸਰਵਰਿਆਂ ਨੂੰ ਕਿਤੇ ਨਾ ਕਿਤੇ ਭਾਜੜ ਪੈ ਗਈ ਕਿ ਸਾਡੇ ਧਾਰਮਿਕ ਸੰਸਥਾ ਦਾ ਮੁੱਖ ਆਗੂ ਮਾਂਝ ਵੀ ਜਿਹੜਾ ਹੈ ਉਹ ਭਾਈ ਮਾਂਝ ਬਣ ਗਿਆ। ਉਹ ਵੀ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਦਾ ਦਰਬਾਰ ਦਾ ਸੇਵਕ ਹੋ ਗਿਆ। ਭਾਈ ਮਾਂਝ ਨਹੀਂ, ਭਾਈ ਬਹਿਲੋ ਜੀ ਵਰਗੇ ਵੀ ਸਖੀ ਸਰਵਰਿਆਂ ਦੇ ਹੋਰ ਮੁਖੀ ਪ੍ਰਚਾਰਕ ਗੁਰੂ ਨਾਨਕ ਦਰਬਾਰ ਦੇ ਨਾਲ ਇਹਨਾਂ ਦਾ ਜੁੜਨਾ ਸ਼ੁਰੂ ਹੋਇਆ। ਇੱਥੋਂ ਕਿਤੇ ਨਾ ਕਿਤੇ ਸਖੀ ਸਰਵਰਿਆਂ ਦੇ ਮਨ 'ਚ ਵਿਰੋਧ ਪੈਦਾ ਹੋਇਆ। ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਾਰੇ ਅਕਬਰ ਕੋਲ ਸ਼ਿਕਾਇਤਾਂ ਪਹੁੰਚੀਆਂ ਨਾ, ਮੇਰਾ ਮਨ ਕਹਿੰਦਾ ਕਿਤੇ ਨਾ ਕਿਤੇ ਅਕਬਰ ਸਿਆਣਾ ਬੰਦਾ ਸੀ, ਜਿਹੜਾ ਉਹਨੇ ਉਂਗਲ ਲਾਉਣ ਵਾਲੇ, ਝੇਡਾਂ ਪਾਉਣ ਵਾਲੇ, ਸ਼ਿਕਾਇਤਾਂ ਲਾਉਣ ਵਾਲਿਆਂ ਨੂੰ ਇਹ ਕਹਿ ਦਿੱਤਾ ਕਿ ਮੈਂ ਤੁਹਾਡੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਾਂਗਾ ਜਦੋਂ ਤੱਕ ਸਿੱਖਾਂ ਦੇ ਇਸ ਧਾਰਮਿਕ ਗ੍ਰੰਥ ਨੂੰ ਮੈਂ ਆਪ ਪੜ੍ਹ ਸੁਣ ਨਹੀਂ ਲੈਂਦਾ। ਅਕਬਰ ਸਿਆਣੀ ਸੋਚ ਦਾ ਮਾਲਕ ਜਾਪਦਾ ਹੈ, ਜਿਨੇ ਆਪ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਨਿਯੋਤਾ ਘੱਲਿਆ, ਚਿੱਠੀ ਘੱਲੀ ਕਿ ਮਹਾਰਾਜ ਆਪ ਮੈਨੂੰ ਜਿਹੜਾ ਇਸ ਧਾਰਮਿਕ ਗ੍ਰੰਥ ਨੂੰ ਪੜ੍ਹ ਕੇ ਸੁਣਾਓ। ਇਤਿਹਾਸ ਕਹਿੰਦਾ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੀ ਸੇਵਾ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਲਾਈ ਗਈ ਕਿ ਆਪ ਦੋਹੇ ਹੀ ਅਕਬਰ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਾਓ। ਜਦੋਂ ਅਕਬਰ ਦੇ ਸਾਹਮਣੇ ਇਹ ਬੋਲ ਆਏ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਜਦੋਂ ਇਹ ਬਚਨ ਆਏ ਅਵਲ ਅੱਲਾਹ ਨੂਰ ਉਪਾਇਆ ਕੁਦਰ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਕਬਰ ਦੇ ਮਨ ਨੂੰ ਗੱਲ ਚੰਗੀ ਲੱਗੀ, ਕਹਿੰਦੇ ਨਹੀਂ, ਇਸ ਗ੍ਰੰਥ ਦਾ ਮੈਂ ਵਿਰੋਧ ਨਹੀਂ ਕਰ ਸਕਦਾ। ਇਤਿਹਾਸ ਕਹਿੰਦੇ ਅਕਬਰ ਨੇ ਆਪ ਸੋਨੇ ਦੀਆਂ 51 ਮੋਹਰਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਕੇ ਆਖਿਆ, ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਅੱਜ ਤੋਂ ਬਾਅਦ ਇਸ ਧਾਰਮਿਕ ਗ੍ਰੰਥ, ਇਸ ਪੰਥ ਦੇ ਲਈ ਜਿਹੜੀ ਵੀ ਸੇਵਾ ਆਪ ਮੇਰੇ ਜੁੰਮੇ ਲਾਓਗੇ ਮੈਂ ਉਸ ਨੂੰ ਜੀ ਸਦਕੇ ਨਿਭਾਉਣ ਦੇ ਲਈ ਤਿਆਰ ਬਰ ਤਿਆਰ ਹਾਂ। ਇਹੀ ਕਿਤੇ ਮਸਲਾ ਅੱਗੇ ਚੱਲ ਕੇ ਜਹਾਂਗੀਰ ਦੇ ਨਾਲ ਹੋ ਨਿਬੜਿਆ। ਜਹਾਂਗੀਰ ਦੇ ਕੋਲ ਵੀ ਸ਼ਿਕਾਇਤਾਂ ਪਹੁੰਚੀਆਂ, ਪਰ ਜਹਾਂਗੀਰ ਕਿਤੇ ਨਾ ਕਿਤੇ ਸੁਚੱਜੀ ਸੋਚ ਦਾ ਮਾਲਕ ਨਾ ਜਾਪਿਆ। ਜਹਾਂਗੀਰ ਕਹਿਣ ਲੱਗਾ ਕਿ ਜੇ ਇਸ ਧਾਰਮਿਕ ਗ੍ਰੰਥ ਅੰਦਰ ਸਾਡੇ ਮਤਾਂ ਬਾਰੇ, ਮਜ਼ਹਬਾਂ ਬਾਰੇ ਗਲਤ ਲਿਖਿਆ ਗਿਆ ਤੇ ਮੈਂ ਇਸ ਧਾਰਮਿਕ ਗ੍ਰੰਥ ਨੂੰ ਖਤਮ ਕਰ ਦੇਵਾਂਗਾ। ਉਹਦੀ ਆਪਣੀ ਇੱਕ ਕਿਤਾਬ ਹੈ ਤੁਝ ਕੇ ਜਹਾਂਗੀਰ, ਜਹਾਂਗੀਰ ਦੀ ਲਿਖੀ ਹੋਈ। ਉਹਨੇ ਆਪਣੀ ਇਸ ਕਿਤਾਬ ਅੰਦਰ ਗੁਰੂ ਨਾਨਕ ਦਰਬਾਰ ਦੀ ਵਿਚਾਰਧਾਰਾ ਨੂੰ
ਝੂਠ ਦੀ ਦੁਕਾਨ ਤੱਕ ਹਾਕਿਆ ਕਿ ਸਿੱਖਾਂ ਦਾ ਜਿਹੜਾ ਧਾਰਮਿਕ ਗ੍ਰੰਥ ਹੈ, ਇਹਨਾਂ ਦੀ ਜਿਹੜੀ ਧਾਰਮਿਕ ਵਿਚਾਰਧਾਰਾ ਹੈ, ਇਹ ਝੂਠ ਦੀ ਦੁਕਾਨ ਹੈ। ਇਹ ਕਿਤੇ ਨਾ ਕਿਤੇ ਜਦੋਂ ਜਹਾਂਗੀਰ ਕੋਲ ਸ਼ਿਕਾਇਤਾਂ ਪਹੁੰਚੀਆਂ, ਚੰਗੀ ਸੋਚ ਦਾ ਮਾਲਕ ਨਾ ਹੋਣ ਕਰਕੇ ਇਹ ਵੀ ਨਾ ਸ਼ਿਕਾਇਤੀ ਲੋਕਾਂ ਦੇ ਵਿਸ਼ਵਾਸ ਹੇਠ ਆ ਗਿਆ। ਮੈਂ ਸੰਖੇਪ ਜਿਹੇ ਇਤਿਹਾਸ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰਾਂ। ਜਹਾਂਗੀਰ ਕੋਲ ਜਦੋਂ ਸ਼ਿਕਾਇਤਾਂ ਪਹੁੰਚੀਆਂ, ਉਹਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕੀਤਾ। ਗੁਰੂ ਅਰਜਨ ਮਹਾਰਾਜ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਈ, ਪਰ ਗੌਰ ਕਰਨਾ, ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੀ ਜਦੋਂ ਗ੍ਰਿਫਤਾਰੀ ਹੁੰਦੀ ਹੈ, ਗ੍ਰਿਫਤਾਰ ਹੋਣ ਤੋਂ ਬਾਅਦ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਨੂੰ ਤਕਰੀਬਨ ਇਤਿਹਾਸ ਕਹਿੰਦਾ 4-5 ਦਿਨ ਜਿਹੜਾ ਹੈ ਉਹ ਯਾਸਾ ਕਾਨੂੰਨ ਦੇ ਤਹਿਤ ਤਸੀਹੇ ਦਿੱਤੇ ਜਾਂਦੇ ਨੇ। ਯਾਸਾ ਕਾਨੂੰਨ ਕੀ ਹੈ? ਜਿੱਦਾਂ ਅਦਾਲਤ ਦੇ ਕੁਝ ਕਾਨੂੰਨ ਹੁੰਦੇ ਨੇ ਨਾ, ਉਸੇ ਤਰੀਕੇ ਦੇ ਨਾਲ ਇਸਲਾਮ ਧਰਮ ਦਾ ਕਾਨੂੰਨ ਹੈ ਯਾਸਾ ਕਾਨੂੰਨ। ਯਾਸਾ ਕਾਨੂੰਨ ਕੀ ਹੈ? ਇਹਦੀ ਥੋੜੀ ਜਿਹੀ ਡੈਫੀਨੇਸ਼ਨ ਆਪ ਜੀ ਨਾਲ ਸਾਂਝਾ ਕਰਾਂ। ਕੋਈ ਵੀ ਧਰਮੀ ਪੁਰਸ਼ ਜਦੋਂ ਸਮਾਜ ਨਾਲ ਵੱਖਰੀ ਚਾਲ ਚੱਲਦਾ ਹੈ ਨਾ, ਉਸ ਧਰਮੀ ਪੁਰਸ਼ ਨੂੰ ਯਾਸਾ ਕਾਨੂੰਨ ਦੇ ਅਧੀਨ ਜਿਹੜਾ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ, ਮੁਕਾਇਆ ਜਾਂਦਾ ਹੈ। ਯਾਸਾ ਕਾਨੂੰਨ ਕੀ ਹੁੰਦਾ ਹੈ? ਬੰਦੇ ਨੂੰ ਇੰਨੇ ਕਸ਼ਟ ਦੋ, ਇੰਨੇ ਤਸੀਹੇ ਦੋ, ਉਹਦਾ ਸਰੀਰ ਜੱਜਰ ਹੋ ਨਿਬੜੇ, ਉਹਦਾ ਸਰੀਰ ਬਿਲਕੁਲ ਮਾੜਾ ਹੋ ਜਾਏ, ਪਰ ਉਸ ਧਰਮੀ ਪੁਰਸ਼ ਦੇ ਸਰੀਰ ਵਿੱਚੋਂ ਇੱਕ ਵੀ ਖੂਨ ਦਾ ਤੁਬਕਾ ਨਹੀਂ ਨਿਕਲਣਾ ਚਾਹੀਦਾ। ਕਾਰਨ ਕੀ ਸੀ ਖੂਨ ਦਾ ਤੁਬਕਾ ਕਿਉਂ ਨਾ ਨਿਕਲੇ? ਕਿਉਂਕਿ ਜੇ ਉਸ ਧਰਮੀ ਪੁਰਸ਼ ਦੇ ਸਰੀਰ ਚੋਂ ਕਿਤੇ ਨਾ ਕਿਤੇ ਖੂਨ ਦੀ ਇੱਕ ਬੂੰਦ ਵੀ ਇਸ ਜ਼ਮੀਨ ਵਿੱਚ ਪਈ, ਤਾਂ ਇਸ ਜ਼ਮੀਨ 'ਚੋਂ ਹੋਰ ਬੜੇ ਕ੍ਰਾਂਤੀਕਾਰੀ ਜਿਹੜੇ ਲੋਕ ਨੇ ਉਹ ਜਨਮ ਲੈਣਗੇ। ਇਹ ਉਸ ਸਮੇਂ ਦੇ ਹਾਕਮਾਂ ਦੀ ਸੋਚ ਸੀ। ਇਸ ਕਰਕੇ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੂੰ ਯਾਸਾ ਕਾਨੂੰਨ ਦੇ ਸਹਿਤ ਤੱਤੀ ਤਵੀ ਤੇ ਬਿਠਾਉਣਾ, ਤੇਗ ਦੇ ਵਿੱਚ ਉਬਾਲੇ ਦੇਣਾ, ਗਰਮ ਰੇਤਾ ਸੀਸ ਤੇ ਪਾਉਣਾ। ਕਈ ਸਾਲਾਂ ਤੋਂ ਆਪਾਂ ਇਹ ਸੁਣਿਆ, ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਗਰਮ ਦੇਗ 'ਚ ਉਬਾਲੇ ਦਿੱਤੇ ਗਏ, ਗੁਰੂ ਪਾਤਸ਼ਾਹ ਦੇ ਸਰੀਰ ਤੇ ਅੱਗ ਵਰਗਾ ਬਲਦਾ ਹੋਇਆ ਗਰਮ ਰੇਤਾ ਪਾਇਆ ਗਿਆ। ਸਾਲ ਬਾਅਦ ਆਪਾਂ ਸੁਣ ਲੈਂਦੇ ਆ, ਦਿਨ ਫਿਰ 2-4 ਦਿਨਾਂ ਨੂੰ ਸਾਨੂੰ ਭੁੱਲ ਜਾਂਦੀ ਇਹ ਚੀਜ਼। ਉਹਦਾ ਕਾਰਨ ਪਤਾ ਕੀ ਹੈ? ਅਸੀਂ ਹਜੇ ਕਿਤੇ ਨਾ ਕਿਤੇ ਤੱਕ ਇਹਨਾਂ ਦਿਨਾਂ ਨੂੰ, ਇਹਨਾਂ ਸਮਾਗਮਾਂ ਨੂੰ ਸਿਰਫ ਕੰਨਾਂ ਤੱਕ ਤੇ ਅੱਖਾਂ ਤੱਕ ਸਮਝਿਆ। ਅੱਖਾਂ ਨਾਲ ਕੋਈ ਰਾਗੀ ਪ੍ਰਚਾਰਕ ਆਏਗਾ, ਸੁਣਾ ਜਾਏਗਾ, ਵੇਖ ਲਵਾਂਗੇ, ਕੰਨਾਂ ਨਾਲ ਸੁਣ ਜਾਵਾਂਗੇ, ਸਮਾਗਮ ਮਨਾਇਆ ਗਿਆ। ਬੇਨਤੀ ਕਰਾਂ ਕਿਤੇ ਨਾ ਕਿਤੇ ਥੋੜਾ ਜਿਹਾ ਸੁਰਤ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰੀਏ। ਸਾਈਂ ਮੀਆਂ ਮੀਰ ਜਿਹਦੇ ਪਾਸੋਂ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲਾ ਹੈ, ਸਾਈਂ ਮੀਆਂ ਮੀਰ, ਜਿਹੜੇ ਲੋਕ ਕਹਿੰਦੇ ਨੇ ਨਾ ਗੁਰੂ ਨਾਨਕ ਦਰਬਾਰ ਦੀ ਵਿਚਾਰਧਾਰਾ ਇਸਲਾਮ ਮਤ ਦਾ ਵਿਰੋਧ ਕਰਦੀ ਹੈ, ਹਿੰਦੂ ਵਿਚਾਰਧਾਰਾ ਦਾ ਵਿਰੋਧ ਕਰਦੀ ਹੈ, ਨਹੀਂ ਭਾਈ ਜਿਹੜਾ ਖੀਮਾ ਕਰਨਾ ਸਾਈਂ ਮੀਆਂ ਮੀਰ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲਾ ਹੋਇਆ ਹੈ। ਇਹਦੇ ਪਾਸੋਂ ਹਰਮੰਦਰ ਸਾਹਿਬ ਦੀ ਇਮਾਰਤ ਦੀ ਨੀਂਹ ਰਖਵਾਈ ਗਈ ਸੀ। ਕਿੰਨਾ ਮਾਣ ਦਿੱਤਾ, ਕਿੰਨੀ ਵਡਿਆਈ ਦਿੱਤੀ। ਕਿਸੇ ਸਿੱਖ ਪਾਸੋਂ ਨਹੀਂ ਕਿ ਭਾਈ ਬੁੱਢਾ ਜੀ ਨਹੀਂ ਮੌਜੂਦ, ਭਾਈ ਗੁਰਦਾਸ ਜੀ ਨਹੀਂ ਮੌਜੂਦ, ਹੋਰ ਬੜੇ ਮਰਜੀਵੜੇ ਸਿੰਘ ਮੌਜੂਦ ਨੇ, ਪਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਨੂੰ ਕਿਉਂ ਚੁਣਿਆ? ਇੱਕ ਵਿਤਕਰਾ ਦੂਰ ਕਰਨ ਦੇ ਲਈ। ਕੱਲਾ ਸਾਈਂ ਮੀਆਂ ਮੀਰ ਦੀ ਇਸਲਾਮ ਮਤ ਦੀ ਗੱਲ ਨਹੀਂ ਹੈ, ਹਿੰਦੂ ਸਮਾਜ ਨਾਲ ਸੰਬੰਧ ਰੱਖਣ ਵਾਲੇ ਬੜੇ ਲੋਕ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਬਾਰ ਨਾਲ ਆ ਜੁੜੇ। ਜਿਹੜੀ ਮੈਂ ਸੰਖੇਪ ਜੀ ਮਾਤਰ ਆਪਣੀ ਵਿਚਾਰ ਨੂੰ ਸੰਕੋਚਦਾ ਹੋਇਆ ਆਪ ਜੀ ਨਾਲ ਕਰਨ ਲੱਗਾ। ਸਾਈਂ ਮੀਆਂ ਮੀਰ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਗਰਮ ਰੇਤਾ ਸੀਸ ਤੇ ਪਾਇਆ ਗਿਆ। ਯਾਦ ਰੱਖਣਾ ਸਾਈਂ ਮੀਆਂ ਮੀਰ ਕੋਈ ਆਮ ਬੰਦਾ ਨਹੀਂ ਸੀ। ਇਹ ਸਰਕਾਰੇ ਦਰਬਾਰ ਚੰਗਾ ਰੁਤਬਾ, ਚੰਗਾ ਰੋਬ ਰੱਖਣ ਵਾਲਾ ਇੱਕ ਸ਼ਾਹੂਕਾਰ ਪੁਰਸ਼ ਹੈ ਸਾਈਂ ਮੀਆਂ ਮੀਰ। ਇਹ ਆਮ ਸਿੱਖ ਨਹੀਂ ਸੀ, ਬੜੀ ਪਹੁੰਚ ਸੀ ਦੀ ਸਰਕਾਰੇ ਦਰਬਾਰ। ਸਾਈਂ ਮੀਆਂ ਮੀਰ ਜਦੋਂ ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ ਤੇ ਬੈਠਾ ਹੋਇਆ ਲਾਹੌਰ ਦੀ ਧਰਤੀ ਤੇ ਵੇਖਦਾ ਹੈ, ਇਹਦੇ ਮਨ 'ਚ ਇੱਕ ਰੋਸ਼ ਪੈਦਾ ਹੁੰਦਾ ਹੈ। ਅੰਦਰੋਂ ਧਾਰਾਂ ਮਾਰਦਾ ਹੋਇਆ ਗੁਰੂ ਅਰਜਨ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਆਪ ਇੱਕ ਵਾਰ ਮੁਖੋਂ ਕਹਿ ਦਵੋ, ਮੈਂ ਲਾਹੌਰ ਦੀ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ। ਇੰਨੀ ਪਾਵਰ ਸੀ ਸਾਈਂ ਮੀਆਂ ਮੀਰ ਜੀ ਦੇ ਕੋਲ। ਪਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨਹੀਂ, ਤੇਰਾ ਕੀਆ ਮਿੱਠਾ ਲੱਗਿਆ ਹਰਨਾਮ ਪਦਾਰਥ ਨਾਨਕ ਮੰਗੈ। ਉਸ ਰੱਬ ਦੀ ਰਜ਼ਾ ਅੰਦਰ ਰਹਿਣਾ ਤੁਹਾਨੂੰ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਨੇ ਪ੍ਰਵਾਨ ਕੀਤਾ। ਇੱਕ ਅਜੀਬ ਦੇ ਮੋਲ ਨੇ, ਕਹਿੰਦੇ ਚਾਰੇ ਪਾਸੇ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਹਾਲ ਡਿੱਠਾ ਜਦੋਂ ਸਾਈਂ ਮੀਆਂ ਨੇ ਸਾਰਾ ਕੁਝ ਹਾਲ ਦੇਖਿਆ ਨਾ, ਹਾਲ ਡਿੱਠਾ ਜਦ ਯਾਰ ਦਾ ਭਾਵ ਕਿ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਦਾ, ਤੇ ਕਹਿੰਦੇ ਹੋ ਵਿਆਕੁਲ ਰੋ ਪਿਆ, ਚੀਕਾਂ ਤੇ ਟਾਹੀਆਂ ਮਾਰਦਾ। ਕਹਿੰਦੇ ਸਾਈਂ ਮੀਰ ਜਿਹੜਾ ਸੀ ਨਾ, ਇਹ ਕਿਤੇ ਨਾ ਕਿਤੇ ਭਾਵਨਾ ਦੇ ਵਸ ਆ ਕੇ ਨੇ ਰੋਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਕਹਿੰਦੇ ਸਾਈਂ ਹਜੇ ਵੀ ਤਨ ਦੇ ਨਾਲ ਤੇਰੀ ਭਾਵਨਾ ਜੁੜੀ ਹੋਈ ਹੈ, ਹਜੇ ਵੀ ਤਨ ਦੇ ਨਾਲ ਤੇਰਾ ਰਿਸ਼ਤਾ ਜੁੜਿਆ ਹੋਇਆ ਹੈ। ਕਹਿੰਦੇ ਨਹੀਂ, ਮੈਂ ਸਿਰਫ ਇਤਿਹਾਸ ਇੰਨਾ ਕੀ ਸਾਂਝਾ ਕਰਨਾ ਹੈ। ਹੁਣ ਥੋੜਾ ਜਿਹਾ ਸਿਧਾਂਤਾਂ ਵਾਲੇ ਤੇ ਬਾਣੀ ਵਾਲੇ ਪਾਸੇ ਆ ਜਾਓ, ਕਿਉਂਕਿ ਹਰ ਸਾਲ ਸਮਾਗਮਾਂ 'ਚ ਆਪਾਂ ਇਤਿਹਾਸ ਸੁਣਦੇ ਹਾਂ, ਇਤਿਹਾਸ ਸੁਣ ਕੇ ਚਲੇ ਜਾਂਦੇ ਹਾਂ। ਗੁਰੂ ਨਾਨਕ ਦਰਬਾਰ ਦੀ ਵਿਚਾਰਧਾਰਾ ਦੇ ਸਿਧਾਂਤਾਂ ਤੋਂ
ਅਸੀਂ ਕਿਤੇ ਨਾ ਕਿਤੇ ਕੋਹਾਂ ਦੂਰ ਹੋ ਜਾਂਦੇ ਹਾਂ। ਕਾਰਨ ਕੀ ਬਣਿਆ ਸ਼ਹਾਦਤ ਦਾ? ਜਾਤ ਪਾਤ ਦਾ ਵਿਤਕਰਾ ਦੂਰ ਕਰਨਾ। ਬਾਬਾ ਕਬੀਰ ਸਾਹਿਬ ਕੀ ਕਹਿੰਦੇ ਨੇ? ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਇ ਨਹੀਂ ਆਇਆ। ਜਿਨ੍ਹਾਂ ਲੋਕਾਂ ਨੇ ਜਾਤਾਂ ਦੇ ਨਾਂ ਤੇ ਆਪਣੀਆਂ ਰੋਟੀਆਂ ਸੇਕੀਆਂ, ਜਿਨ੍ਹਾਂ ਲੋਕਾਂ ਨੇ ਜਾਤਾਂ ਦੇ ਨਾਂ ਤੇ ਆਪਣੇ ਘਰ ਭਰੇ, ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਤਕਲੀਫ ਹੋਣੀ ਜਾਇਜ਼ ਸੀਗੀ। ਜਦੋਂ ਬਾਬਾ ਕਬੀਰ ਇਹ ਕਹਿੰਦਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਇ ਨਹੀਂ ਆਇਆ, ਸਮੇਂ ਦੇ ਹਾਕਮਾਂ ਨੂੰ ਤਾਂ ਦਰਦ ਹੋਣਾ ਸੀ ਕਿ ਇਹ ਤਾਂ ਸਾਡਾ ਰੋਟੀ ਫੁਲਕਾ ਬੰਦ ਕਰਨ ਤੇ ਤੁਰ ਪਿਆ। ਬਾਬਾ ਕਬੀਰ ਸਾਹਿਬ ਜਾਤ ਪਾਤ ਦਾ ਵਿਤਕਰਾ ਦੂਰ ਕਰਨਾ। ਮੈਂ ਪਿਛਲੇ ਦਿਨੀ ਵੀ ਆਪ ਜੀ ਨਾਲ ਇੱਕ ਵਿਚਾਰ ਖਿਮਾ ਕਰਨਾ ਗੁਰਦੁਆਰਾ ਮਾੜੇ ਕਲੋਨੀ ਵਿਖੇ ਵਿਚਾਰ ਸਾਂਝੀ ਕੀਤੀ ਸੀ ਕਿ ਆਪ ਮਾਤਾਵਾਂ ਭੈਣਾਂ ਗੁਰੂ ਅਰਜਨ ਪਾਤਸ਼ਾਹ ਦਾ ਜਦੋਂ ਸ਼ਹੀਦੀ ਦਿਹਾੜਾ ਆਉਂਦਾ ਆਪ ਜੀ 40 ਦਿਨ ਸੁਖਮਨੀ ਸਾਹਿਬ ਦੇ ਪਾਠ ਕਰਦੇ ਹੋ। ਇਹ ਗੁਰੂ ਨਾਨਕ ਦਰਬਾਰ ਦੀ ਕਿਰਪਾ ਹੈ। ਨਹੀਂ ਤਾਂ ਔਰਤ ਨੂੰ ਧਾਰਮਿਕ ਸਥਾਨ ਤੇ ਆਉਣ ਦੀ ਇਜਾਜ਼ਤ ਨਹੀਂ ਸੀ, ਘੁੰਡ ਚੁੱਕਣ ਦੀ ਔਰਤ ਨੂੰ ਇਜਾਜ਼ਤ ਨਹੀਂ ਸੀ। ਇਹ ਹੱਕ ਕਿਹਨੇ ਦਵਾਏ? ਗੁਰੂ ਨਾਨਕ ਦਰਬਾਰ ਨੇ ਸਾਨੂੰ ਦਵਾਏ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਘੁੰਡ ਕੱਢਣ ਦੀ ਪ੍ਰਥਾ ਅਕਬਰ ਨਾਮ ਸਲਾਹ ਮਸ਼ੂਰਾ ਕਰਕੇ ਕਹਿੰਦੇ ਅਕਬਰ ਜੇ ਤੂੰ ਗੁਰੂ ਘਰ ਲਈ ਕੁਝ ਕਰਨਾ ਹੈ ਨਾ। ਜਦੋਂ ਅਕਬਰ ਆਇਆ ਸੀ ਤੇ ਕਹਿੰਦਾ ਸੀ ਮੈਂ ਗੁਰੂ ਘਰ ਦੇ ਲਈ ਕੁਝ ਕਰਨਾ ਚਾਹੁੰਦਾ, ਕੁਝ ਜਗੀਰ ਦੇਣਾ ਚਾਹੁੰਦਾ, ਕੁਝ ਜਾਇਦਾਦ ਗੁਰੂ ਘਰ ਦੇ ਨਾਮ ਲਵਾ ਦੇਵਾਂ, ਲੰਗਰ ਲਈ ਰਸਦ ਪਾਣੀ ਦੇ ਦੇਵਾਂ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਅਕਬਰ ਜੇ ਗੁਰੂ ਨਾਨਕ ਦਰਬਾਰ ਲਈ ਕੁਝ ਕਰਨਾ ਹੈ ਤਾਂ ਘੁੰਡ ਕੱਢਣ ਦੀ ਪ੍ਰਥਾ ਬੰਦ ਕਰਾ ਦੇ। ਅਕਬਰ ਨੂੰ ਕਹਿ ਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਬੰਦ ਕਰਾਇਆ। ਆ ਸਤੀ ਪ੍ਰਥਾ, ਪਤੀ ਚੜ੍ਹਾਈ ਕਰ ਜੇ ਉਸ ਔਰਤ ਬੇਸ਼ੱਕ ਜਿਉਂਦੀ ਹੋਵੇ ਉਹਨੂੰ ਉਹਦੀ ਚਿਖਾ ਤੇ ਸੁੱਟ ਕੇ ਸਾੜ ਦੇਣਾ। ਅਕਬਰ ਆ ਪ੍ਰਥਾ ਬੰਦ ਕਰਾ ਦੇ। ਉੱਥੇ ਜਿਹੜੇ ਜ਼ਿਮੀਦਾਰ ਵੀਰ ਸਨ ਉਹਨਾਂ ਦਾ ਟੈਕਸ ਬੰਦ ਕਰਵਾ ਦੇਣਾ। ਇਹ ਸਾਰਾ ਕੁਝ ਗੁਰੂ ਨਾਨਕ ਦਰਬਾਰ ਨੇ ਕਰਵਾਇਆ। ਔਰਤ ਨੂੰ ਇੰਨੇ ਹੱਕ ਦਿੱਤੇ ਤਾਂ ਮਾਤਾਵਾਂ ਭੈਣਾਂ ਆਪ 40 ਦਿਨ ਇਕੱਠੇ ਹੋ ਕੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਹੋ। ਹਜੇ ਵੀ ਕਈ ਮਤ ਨੇ ਇਸ਼ਾਰੇ ਮਾਤਰ ਗੱਲ ਕਰਦਾ ਜਿਨ੍ਹਾਂ ਨੂੰ ਧਾਰਮਿਕ ਸਥਾਨ ਤੇ ਆਉਣ ਦੀ ਇਜਾਜ਼ਤ ਨਹੀਂ, ਕੱਲਾ ਮਰਦ ਹੀ ਧਾਰਮਿਕ ਸਥਾਨ ਤੇ ਆ ਸਕਦਾ। ਕਾਰਨ ਸਿਰਫ ਇੰਨਾ ਸੀ, ਸਮਾਜ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਉਣਾ, ਜਾਤਾਂ ਪਾਤਾਂ ਦਾ ਵਿਤਕਰਾ ਦੂਰ ਕਰ ਦੇਣਾ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀ ਉਹਦੀ ਵਿਚਾਰਧਾਰਾ ਨੂੰ ਕਾਬਜ਼ ਕਰ ਦੇਣਾ। ਤੇ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਮਜ਼ਬੂਤ ਕਰ ਦੇਣਾ। ਆਪ ਜੀ ਦੇ ਨਾਲ ਇੱਕ ਛੋਟਾ ਜਿਹਾ ਕਾਣ ਸਾਂਝਾ ਕਰ ਦਵਾਂ ਹੋਰ ਸ਼ਹਾਦਤ ਦਾ। ਜਦੋਂ ਜਹਾਂਗੀਰ ਦੀ ਗੁਰੂ ਅਰਜਨ ਪਾਤਸ਼ਾਹ ਨਾਲ ਵਿਚਾਰ ਹੋਈ, ਵਿਚਾਰ ਸਮੇਂ ਜਹਾਂਗੀਰ ਨੇ ਇੰਨੀ ਗੱਲ ਆਖੀ ਮੈਂ ਇਸ ਧਾਰਮਿਕ ਗ੍ਰੰਥ ਨੂੰ ਛੂਟ ਦੇ ਦੇਵਾਂਗਾ ਕਿਉਂਕਿ ਸਰਕਾਰੇ ਦਰਬਾਰ ਹੈ ਤੇ ਉਹਦੇ ਕੋਲ ਪਾਵਰ ਸੀ। ਕਹਿੰਦਾ ਮੈਂ ਇਸ ਧਾਰਮਿਕ ਗ੍ਰੰਥ ਨੂੰ ਗੁਰੂ ਨਾਨਕ ਵਿਚਾਰਧਾਰਾ ਨੂੰ ਪੂਰੀ ਆਜ਼ਾਦੀ ਦੇ ਦੇਵਾਂਗਾ ਜਿੱਦਾਂ ਸਾਡੇ ਬਜ਼ੁਰਗ ਅਕਬਰ ਨੇ ਦਿੱਤੀ ਸੀ, ਪਰ ਗੁਰੂ ਗ੍ਰੰਥ ਸਾਹਿਬ ਅੰਦਰ ਮੇਰੀ ਸਿਫਤ ਤੋਂ ਸਲਾਹ ਦੇ ਕੋਈ ਬੋਲ ਲਿਖ ਦੇਵੋ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨਹੀਂ, ਇੱਥੇ ਤਾਂ ਉਸ ਅਕਾਲ ਪੁਰਖ ਦੀ ਵਡਿਆਈ ਲਿਖੀ ਜਾਂਦੀ, ਕਿਸੇ ਬੰਦੇ ਦੀ ਵਡਿਆਈ ਨਹੀਂ ਲਿਖੀ ਜਾਂਦੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਆਦਿ ਸਵਰੂਪ ਦੀ ਸੰਪਾਦਨਾ ਹੋ ਰਹੀ ਸੀ ਉਸ ਸਮੇਂ 4 ਕਵੀ ਗੁਰੂ ਅਰਜਨ ਪਾਤਸ਼ਾਹ ਕੋ ਆਏ, ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ। ਇਹਨਾਂ ਚਾਰਾਂ ਨੇ ਆਪੋ ਆਪਣੇ ਬੋਲ ਗੁਰੂ ਅਰਜਨ ਪਾਤਸ਼ਾਹ ਨੂੰ ਸੁਣਾਏ ਤੇ ਸੁਣਾ ਕੇ ਕਹਿੰਦੇ ਗੁਰੂ ਪਾਤਸ਼ਾਹ ਸਾਡੀ ਬਾਣੀ ਵੀ ਦਰਜ ਕਰ ਲਵੋ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨਹੀਂ, ਤੁਹਾਡੇ ਬੋਲ ਦਰਜ ਨਹੀਂ ਹੋਣੇ। ਕਾਰਨ ਕੀ ਸੀ? ਇੱਕ ਆਇਆ ਕਹਿੰਦਾ ਮੈਂ ਉਹੀ ਰੇ ਜਾਂ ਕੋ ਨਾਰਦ ਮੁਨ ਜਨ ਸੇ ਮੈਂ ਖੋ ਦੇਖੈ ਸਭ ਕੋਈ ਰੇ। ਇਹ ਕਹਿੰਦਾ ਮੈਂ ਉਹ ਹਾਂ ਜਿਹਨੂੰ ਸਾਰਾ ਸੰਸਾਰ ਲੱਭ ਰਿਹਾ। ਆਪਾਂ ਕਿਹਨੂੰ ਲੱਭਦੇ ਆ? ਰੱਬ ਨੂੰ। ਗੁਰੂ ਸਾਹਿਬ ਕਹਿੰਦੇ ਐਡਾ ਹੰਕਾਰ? ਕਹਿੰਦੇ ਨਹੀਂ, ਤੇਰੇ ਬੋਲ ਨਹੀਂ ਪ੍ਰਵਾਨ। ਇੱਕ ਆਇਆ ਕਹਿੰਦਾ ਕਾਗਜ਼ ਸੰਧੀ ਪੁੱਤਰੀ ਤੋਂ ਨਾ ਤਰਿਆ ਨਿਹਾਲ। ਕਹਿੰਦਾ ਔਰਤ ਭਾਵੇਂ ਕਾਗਜ਼ ਦਾ ਬਣਿਆ ਪੁਤਲਾ ਵੀ ਕਿਉਂ ਨਾ ਹੋਵੇ, ਔਰਤ ਵੱਲ ਤੱਕਣਾ ਨਹੀਂ ਚਾਹੀਦਾ, ਵੇਖਣਾ ਨਹੀਂ ਚਾਹੀਦਾ। ਕਹਿੰਦੇ ਕਿਉਂ ਨਹੀਂ ਵੇਖਣਾ ਚਾਹੀਦਾ? ਕਹਿੰਦੇ ਔਰਤ ਮਨੁੱਖ ਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਣ ਵਾਲੀ ਇੱਕ ਨਸਲ ਦਾ ਨਾਂ ਹੈ। ਇਹ ਧਾਰਮਿਕ ਕਈ ਗ੍ਰੰਥਾਂ ਅੰਦਰ ਗੱਲਾਂ ਲਿਖੀਆਂ ਨੇ। ਮੈਂ ਧਾਰਮਿਕ ਗ੍ਰੰਥਾਂ ਦੇ ਨਾਲ ਲਵਾਂ ਤੇ ਉਹਨਾਂ ਦੇ ਵਿਦਵਾਨਾਂ ਦੇ ਨਾਲ ਲਵਾਂ, ਕਿਤੇ ਵਿਵਾਦ ਪੈਦਾ ਹੋ ਜਾਏਗਾ। ਇਸ ਕਰਕੇ ਕਈ ਅਜਿਹੇ ਧਾਰਮਿਕ ਗ੍ਰੰਥਾਂ ਅੰਦਰ ਔਰਤ ਨੂੰ ਅੱਧ ਤੋਂ ਜ਼ਿਆਦਾ ਮਾੜਾ ਆਖਿਆ ਗਿਆ। ਕਾਗਜ਼ ਸੰਧੀ ਪੁੱਤਰੀ ਤੋਂ ਨਾ ਤਰਿਆ ਨਿਹਾਲ। ਔਰਤ ਨੂੰ ਮਾੜਾ ਕਿਨੇ? ਗੁਰੂ ਨਾਨਕ ਦਰਬਾਰ ਦਾ ਕਹਿੰਦੇ ਸੋ ਕਿਉ ਮੰਦਾ ਆਖੀ ਹੈ ਜਿਦ ਜਮੈ ਰਾਜ਼ਾਨ। ਉਸ ਔਰਤ ਨੂੰ ਕਿਉਂ ਮਾੜਾ ਕਿਨੇ? ਜਿਹਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਵਰਗੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ। ਤੀਜਾ ਆਇਆ, ਤੀਜਾ ਆ ਕੇ ਕਹਿੰਦਾ ਅਸਾਂ ਨਾਲੋਂ ਸੇ ਭਲੇ ਜੋ ਜੰਮਦਿਆਂ ਮਰ ਗਏ। ਕਹਿੰਦੇ ਇੰਨੀ ਨਿਰਾਸ਼ਤਾ ਵਾਲੀ ਗੱਲ, ਐਂਦੀ ਢੈਂਡੀ ਕਲਾ ਵਾਲੀ ਗੱਲ। ਕਹਿੰਦੇ ਤੇਰੇ ਬੋਲ ਵੀ ਪ੍ਰਵਾਨ ਨਹੀਂ। ਚੌਥਾ ਆਇਆ ਕਹਿੰਦਾ ਚੁੱਪ ਵੇੜਿਆ ਬੋਲਣ ਦੀ ਨਹੀਂ ਜਾ ਵੇੜਿਆ। ਕਹਿੰਦੇ ਜਦੋਂ ਤਿੰਨਾਂ ਦੀ ਨਹੀਂ ਚੱਲੀ ਮੇਰੀ ਕਿਤੇ ਚੱਲਣੀ। ਕਹਿੰਦੇ ਚੁੱਪ ਰਹਿਣਾ ਚਾਹੀਦਾ ਹੈ। ਪਰ ਗੁਰੂ ਨਾਨਕ ਦਰਬਾਰ ਪਤਾ ਕੀ ਆਖਦਾ? ਬੋਲ ਸੁਧਰਮੜੀਆ ਮੌਨ ਕਤ ਧਾਰੀ ਰਾਮ। ਅਜਿਹੀ ਵਿਚਾਰਧਾਰਾ ਨੂੰ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੇ ਸਮਾਜ ਫੈਲਾਇਆ। ਜਿਨ੍ਹਾਂ ਲੋਕਾਂ ਦਾ ਧਾਰਮਿਕ ਰਹੁ ਰੀਤੀਆਂ ਰਸਮਾਂ ਕਰਕੇ ਰੋਟੀ ਫੁਲਕਾ ਚੱਲਦਾ ਸੀ, ਉਹਨਾਂ ਲੋਕਾਂ ਨੇ ਕਿਤੇ ਨਾ ਕਿਤੇ ਜਿਹੜਾ ਹੈ ਸਮਾਜ ਅੰਦਰ ਆਪਣੀ ਇੱਕ ਰੁਤਬਾ ਬਰਕਰਾਰ ਰੱਖਣ ਦੇ ਲਈ ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ।
ਅੱਜ ਦੇ ਦਿਨ ਤੇ ਮੈਂ ਸਿਰਫ 2-4 ਮਿੰਟ ਗੱਲ ਕਰਕੇ ਸਮਾਪਤੀ ਕਰ ਦੇਣੀ। ਅੱਜ ਇਕਾਦਸ਼ੀ ਹੈ। ਇਕਾਦਸ਼ੀ ਪਤਾ ਕੀ ਹੈ? ਜਦੋਂ ਸਨਾਤਨ ਮਤ ਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹੋ, ਉਹ 'ਚ 3 ਕਾਂਡਾਂ ਦਾ ਜ਼ਿਕਰ ਆਉਂਦਾ ਹੈ, ਕਰਮ ਕਾਂਡ, ਗਿਆਨ ਕਾਂਡ ਤੇ ਸ਼ਰਧਾ ਕਾਂਡ। ਕਰਮ ਕਾਂਡ ਧਾਰਮਿਕ ਦੇ ਧਰਮ ਦੇ ਕੀਤੇ ਹੋਏ ਕਰਮ, ਗਿਆਨ ਕਾਂਡ ਕੋਈ ਗਿਆਨ ਲੈਣ ਵਾਲੇ ਕਰਮ ਕਰਨਾ, ਸ਼ਰਧਾ ਕਾਂਡ ਦੇ ਅਧੀਨ ਸ਼ਰਧਾ ਵਸ ਆ ਕੇ ਕੀਤੇ ਗਏ ਕਰਮ। ਮੈਂ ਗੱਲ ਇਸ ਕਰਕੇ ਆਪ ਜੀ ਨਾਲ ਸਾਂਝੀ ਕਰਨ ਲੱਗਾ, ਜੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਨਾ, ਥੋੜਾ ਜਿਹਾ ਗੁਰੂ ਦੇ ਸਿਧਾਂਤਾਂ ਨੂੰ ਵੀ ਜਾਣ ਲਈਏ, ਗੁਰੂ ਦੇ ਸਿਧਾਂਤ ਵੀ ਪਤਾ ਲੱਗ ਜਾਣ। ਗੁਰੂ ਗ੍ਰੰਥ ਸਾਹਿਬ ਸਾਨੂੰ ਕਿਹੋ ਜਿਹੀ ਜ਼ਿੰਦਗੀ ਜੀਣ ਦੇ ਲਈ ਪ੍ਰੇਰਿਤ ਕਰਦੇ ਨੇ। ਸ਼ਰਧਾ ਕਾਂਡ ਦੇ ਅਧੀਨ ਜਦੋਂ ਜੇਠ ਦਾ ਮਹੀਨਾ ਚੜ੍ਹਦਾ, ਅੱਜ ਇਕਾਦਸ਼ੀ ਹੈ, ਹੋਰ ਵੀ ਕਈ ਇਹਦੇ ਨਾਂ ਸਮਾਜ ਬਣੇ ਹੋਏ ਨੇ, ਇਹ ਧਾਰਮਿਕ ਗ੍ਰੰਥਾਂ ਜ਼ਿਕਰ ਆਉਂਦਾ ਹੈ। ਸ਼ਰਧਾ ਕਾਂਡ ਦੇ ਅਧੀਨ ਜਦੋਂ ਜੇਠ ਦਾ ਮਹੀਨਾ ਆਉਂਦਾ ਹੈ, ਲੋਕ ਆਪਣੇ ਬਜ਼ੁਰਗਾਂ ਦੀ ਸੇਵਾ ਦੇ ਲਈ, ਕਿਉਂਕਿ ਧਾਰਮਿਕ ਆਗੂ ਵੱਲੋਂ ਕਹਿ ਦਿੱਤਾ ਜੇਠ ਦਾ ਮਹੀਨਾ ਚੜ੍ਹ ਗਿਆ, ਆਤੋ ਜ਼ਿਆਦੀ ਗਰਮੀ ਹੈ, ਜਿਹੜੇ ਸਾਡੇ ਪਿੱਤਰ ਬਜ਼ੁਰਗ ਨੇ ਸਵਰਗਾਂ ਅੰਦਰ ਬੈਠੇ ਹੋਏ ਨੇ, ਉਹਨਾਂ ਨੂੰ ਗਰਮੀ ਮਹਿਸੂਸ ਹੋ ਰਹੀ ਹੈ, ਉਹਨਾਂ ਨੇ ਠੰਡੇ ਪਾਣੀ ਦੀ ਲੋੜ ਹੈ, ਉਹਨਾਂ ਦੇ ਲਈ ਪੱਖੀਆਂ ਦੀ ਹਵਾ ਦੀ ਲੋੜ ਹੈ, ਉਹਨਾਂ ਦੇ ਲਈ ਅਜਿਹੇ ਗਰਮੀ ਵਾਲੇ ਫਲਾਂ ਦੀ ਲੋੜ ਹੈ। ਤੇ ਸਾਡੇ ਲੋਕਾਂ ਅੰਦਰ ਕੀ ਮਨੋਤ ਪੈਦਾ ਹੋ ਗਈ। ਅੱਜ ਦੇ ਦਿਨ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਦੇਖਿਆ ਹੋਵੇਗਾ, ਕੋਈ ਕੁਜਾ ਲੈ ਕੇ ਗੁਰਦੁਆਰੇ ਆ ਰਿਹਾ, ਕੋਈ ਗਲਾਸ ਪਾਣੀ ਭਰ ਕੇ ਗੁਰਦੁਆਰੇ ਲੈ ਕੇ ਆ ਰਿਹਾ, ਕੋਈ ਪੱਖੀਆਂ ਲੈ ਕੇ ਗੁਰਦੁਆਰੇ ਆ ਰਿਹਾ, ਕੋਈ ਖਰਬੂਜੇ ਫਲ ਲੈ ਕੇ ਗੁਰਦੁਆਰੇ ਆ ਰਿਹਾ। ਕਿ ਇਹ ਸਿਧਾਂਤ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ। ਬਾਣੀ ਦਾ ਬਚਨ ਹੈ ਛੋਟਾ ਜਿਹਾ, ਜੀਵਤ ਪਿੱਤਰ ਨਾ ਮਾਨੈ ਕਉ ਮੂਹੇ ਸਰਾਧ ਕਰਾਂਗੇ। ਜੇ ਗੁਰੂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਨਾ, ਨਾਲ ਗੁਰੂ ਦੀ ਬਾਣੀ ਦੇ ਸਿਧਾਂਤਾਂ ਨੂੰ ਵੀ ਯਾਦ ਰੱਖੋ। ਗੁਰੂ ਪਾਤਸ਼ਾਹ ਕਹਿੰਦੇ ਬਜ਼ੁਰਗਾਂ ਦੀ ਜਿਉਂਦੇ ਜੀ ਸੰਭਾਲ ਕਰ ਲਵੋ। ਜਿਉਂਦੇ ਵਿਚਾਰੇ ਪਾਣੀ ਲਈ ਤਰਸਦੇ ਨੇ, ਜਿਉਂਦੇ ਵਿਚਾਰੇ ਅੰਨ ਦੇ ਲਈ, ਅਨਾਜ ਲਈ, ਪ੍ਰਸ਼ਾਦੇ ਲਈ ਤਰਸਦੇ ਨੇ, ਇਲਾਜ ਲਈ ਤਰਸਦੇ ਨੇ। ਕਹਿੰਦੇ ਉਹਦੇ ਚੜ੍ਹਾਈ ਕਰਨ ਤੋਂ ਬਾਅਦ ਕਿਸੇ ਨੂੰ ਫਰੂਟ ਖਵਾ ਦੇਣਾ, ਕੁਜੇ ਜਾ ਕੇ ਗੁਰਦੁਆਰੇ ਛੱਡ ਆਉਣੇ। ਤੇ ਮੈਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਬੇਨਤੀ ਕਰ ਰਿਹਾ ਸਾਂ, ਇਹਨਾਂ ਕੁਜਿਆਂ ਚੋਂ ਕਿਸੇ ਵੀ ਪਿੱਤਰ ਨੇ ਪਾਣੀ ਪੀਣ ਨਹੀਂ ਆਉਣਾ, ਇਹਨਾਂ ਪੱਖੀਆਂ ਦੀ ਹਵਾ ਲੈਣ ਦੇ ਲਈ ਕਿਸੇ ਪਿੱਤਰ ਨੇ ਨਹੀਂ ਆਉਣਾ। ਜਿਹੜੇ ਖਰਬੂਜਿਆਂ ਦਾ ਢੇਰ ਆਪਾਂ ਗੁਰਦੁਆਰੇ ਲਾ ਦਿੱਤਾ, ਕਿਸੇ ਪਿੱਤਰ ਨੇ ਖਾਣ ਨਹੀਂ ਆਉਣਾ। ਇਹ ਤਾਂ ਇੱਥੋਂ ਦੇ ਲੋਕਾਂ ਨੇ ਸ਼ੱਕ ਸ਼ਕਾ ਜਾਣੇ ਹੈ। ਗੱਲ ਸਿਰਫ ਸਮਝਣ ਵਾਲੀ ਇਹ ਹੈ ਕਿ ਜਿਹੜੇ ਰਾਹ ਸਾਨੂੰ ਗੁਰੂ ਨਾਨਕ ਮਹਾਰਾਜ ਨੇ ਪਾਇਆ ਸੀ, ਅਸੀਂ ਉਸ ਰਾਹ ਤੋਂ ਕਿਤੇ ਨਾ ਕਿਤੇ ਕਿਨਾਰਾ ਕਰ ਗਏ ਹਾਂ। ਇਸ ਕਰਕੇ ਗੁਰੂ ਪਾਤਸ਼ਾਹ ਦਾ ਇਹ ਮਨਾਇਆ ਹੋਇਆ ਸ਼ਹੀਦੀ ਦਿਹਾੜਾ ਸਾਡਾ ਤਾਂ ਹੀ ਸਫਲ ਹੈ। ਹਰ ਸਿੱਖ ਨੂੰ ਬਾਣੀ ਬਾਰੇ ਪਤਾ ਹੋਵੇ। ਜਿੱਥੇ ਸਾਡੇ ਅੰਦਰ ਗੁਰੂ ਨਾਨਕ ਦਰਬਾਰ ਦੇ ਪ੍ਰਥਾਏ ਸ਼ਰਧਾ ਹੈ, ਉੱਥੇ ਗੁਰੂ ਨਾਨਕ ਦਰਬਾਰ ਦਾ ਗਿਆਨ ਜਾਣਕਾਰੀ ਵੀ ਸਾਨੂੰ ਹੋਣੀ ਬੜੀ ਜ਼ਰੂਰੀ ਹੈ। ਗੁਰੂ ਕਿਰਪਾ ਕਰੇ। ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੂੰ ਯਾਸ਼ਾ ਕਾਨੂੰਨ ਦੇ ਅਧੀਨ ਸ਼ਹੀਦ ਕੀਤਾ ਗਿਆ। ਤੱਤੀ ਤਵੀ ਤੇ ਬਿਠਾਉਣਾ, ਗਰਮ ਰੇਤਾ ਸਾਹਿਬਾਂ ਦੇ ਸੀਸ ਤੇ ਪਾਉਣਾ, ਦੇਗ ਦੇ ਉਬਾਲਿਆਂ ਦੇਗ ਦੇ ਵਿੱਚ ਸਤ ਸਾਹਿਬਾਂ ਨੂੰ ਉਬਾਲੇ ਦੇਣਾ, ਇਹ ਸਾਰੇ ਕਾਰਨ ਇਉਂ ਵਾਪਰੇ ਕਿਉਂਕਿ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਨੇ ਜਾਤ ਪਾਤ ਦੇ ਵਿਤਕਰਿਆਂ ਨੂੰ ਦੂਰ ਕਰ ਦਿੱਤਾ, ਲੋਕਾਂ ਅੰਦਰੋਂ ਭਰਮ ਮੁਕਾ ਦਿੱਤੇ। ਸਭਨਾਂ ਨੂੰ ਇਹ ਕਹਿ ਦਿੱਤਾ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੁਰੂ ਮਹਾਰਾਜ ਕਿਰਪਾ ਕਰਨ। ਜਿੰਨਾ ਕੁ ਸਮਾਂ ਦਿੱਤਾ ਗਿਆ ਉਸ ਸਮੇਂ ਅਨੁਸਾਰ ਵਿਚਾਰ ਕਰਦੇ ਹਾਂ। ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋਈਆਂ, ਗੁਰੂ ਕਿਰਪਾ ਕਰੇ। ਆਪ ਇਸੇ ਤਰ੍ਹਾਂ ਹੀ ਭਾਵਨਾ ਦੇ ਨਾਲ ਸਾਹਿਬਾਂ ਦੇ ਹਜ਼ੂਰ ਬੈਠ ਕੇ ਸਾਹਿਬਾਂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰੋ। ਇਤਿਹਾਸ ਦੀਆਂ ਗੁਰਮਤਿ ਦੀਆਂ ਵਿਚਾਰਾਂ ਕਰਦੇ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋਈਆਂ। ਗੁਰੂ ਬਖਸ਼ਿਸ਼ ਗੁਰੂ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਅਰਜਿੰਦਰ ਸਿੰਘ ਜੀ, ਹੜ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੜ ਕਲੋਨੀ ਤੋਂ, ਜਿਨ੍ਹਾਂ ਵਾਸੋਂ ਆਪ ਜੀ ਨੇ ਗੁਰੂ ਮਹਾਰਾਜ ਦਾ ਇਤਿਹਾਸ ਸੁਣਿਆ। ਸੋ ਸਾਧ ਸੰਗਤ ਜੀ, ਬੜੇ ਸੁਚੱਜੇ ਢੰਗ ਨਾਲ ਇਹਨਾਂ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇਤਿਹਾਸ ਸਾਡੇ ਸਾਹਮਣੇ ਰੱਖਿਆ ਹੈ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਜੋ ਹੈ, ਅਸੀਂ ਜਿੰਦੀ ਭਰ ਉਹਨਾਂ ਦੇ ਅਹਿਸਾਨ ਜੋ ਸਾਡੇ 'ਤੇ ਹੋਏ ਹਨ, ਉਹ ਅਸੀਂ ਭੁੱਲ ਨਹੀਂ ਸਕਦੇ, ਨਾ ਹੀ ਅਸੀਂ ਲਾ ਸਕਦੇ ਹਾਂ। ਸੋ ਸਾਧ ਸੰਗਤ ਜੀ, ਬਚਪਨ ਤੋਂ ਹੀ ਇਹ ਜੋ ਬੜੇ ਮਤਲਬ ਸਨ। ਸਾਧ ਸੰਗਤ ਜੀ, ਇਹ ਬਾਣੀ ਦਾ ਜਹਾਜ਼, ਕਲਯੁਗ ਜਹਾਜ਼ ਅਰਜਨ ਗੁਰੂ, ਇਹਨਾਂ ਨੇ ਕਲਯੁਗ ਦਾ ਜਹਾਜ਼ ਵੀ ਕਿਹਾ ਗਿਆ ਹੈ। ਇਹ ਜੋ ਸੁਖਮਨੀ ਸਾਹਿਬ ਦੇ ਪਾਠ ਰੋਜ਼ ਅਸੀਂ ਕਰਦੇ ਹਾਂ ਨਾ, ਇਹ ਪਾਠ ਜੋ ਸਾਨੂੰ ਦਿੱਤੇ ਹਨ, ਇਹ ਬਾਣੀ ਜੋ ਦਿੱਤੀ ਹੈ, ਸਾਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਔਰ ਸਾਧ ਸੰਗਤ ਜੀ, ਇਹ ਤੁਹਾਨੂੰ ਮੈਂ ਦੱਸ ਰਿਹਾ, ਇਸ ਬਾਣੀ ਦੇ 24,000 ਅਕਸ਼ਰ ਹਨ ਔਰ 24,000 ਸਵਾਸ ਹੀ ਅਸੀਂ ਰੋਜ਼ ਲੈਂਦੇ ਹਾਂ। ਸੋ ਇੱਕ ਇੱਕ ਅਕਸ਼ਰ ਪੜ੍ਹਨ ਦੇ ਨਾਲ, ਬਾਣੀ ਦਾ ਪੜ੍ਹਨ ਦੇ ਨਾਲ ਸਾਡਾ ਇੱਕ ਇੱਕ ਸਵਾਸ ਜੋ ਹੈ ਸਫਲਾ ਹੁੰਦਾ ਹੈ। ਸੋ ਸਾਧ ਸੰਗਤ ਜੀ, ਬੇਨਤੀ ਹੈ
ਕਿ ਇਹ ਜੋ ਸੁਖਮਨੀ ਸਾਹਿਬ ਦੇ ਜਾਪ ਘਰਾਂ ਵਿੱਚ ਵੀ ਕਰਵਾਇਆ ਕਰੋ, ਆਪ ਵੀ ਰੋਜ਼ ਕਰਿਆ ਕਰੋ। ਇਹ ਜੋ ਮਣੀ ਸੁੱਖਾਂ ਦੀ ਮਣੀ ਹੈ ਸੋ ਘਰਾਂ ਵਿੱਚ ਦਿਨ ਤਾਂ ਭਰ ਜਾਏਗੀ। ਸੋ ਸਾਧ ਸੰਗਤ ਜੀ ਬੜੇ ਹੀ ਧੰਨਵਾਦ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਜੋ ਹੈ ਇਤਿਹਾਸ ਸਾਡੇ ਸਾਹਮਣੇ ਗੁਰੂ ਅਰਜਨ ਦੇਵ ਜੀ ਦਾ ਰੱਖਿਆ ਹੈ। ਸੋ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜੋ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਨੇ ਆਪਣਾ ਸਮਾਂ ਕੱਢ ਕੇ ਇੱਥੇ ਜੋ ਹੈ ਸਮਾਂ ਸਾਨੂੰ ਦਿੱਤਾ ਹੈ। ਸੋ ਸਾਧ ਸੰਗਤ ਜੀ ਹੁਣ ਸਮਾਂ ਹੈ ਸਰਦਾਰ ਅਮਲਦੀਪ ਸਿੰਘ ਜੀ ਦਾ ਜਗਾਦਰੀ ਵਾਲੇ, ਇਹਨਾਂ ਪਾਸੋਂ ਤੁਸੀਂ ਅੱਧੇ ਘੰਟੇ ਲਈ ਜੋ ਹੈ ਗੁਰੂ ਜਸ ਸਰਵਣ ਕਰੋਗੇ। ਸੋ ਆਓ ਇਹਨਾਂ ਪਾਸੋਂ ਗੁਰੂ ਜਸ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੀਏ ਜੀ। ਫਤਿਹ ਬੁਲਾਓ।